ਰਾਜਸਥਾਨ ਆਏ ਸੀ, ਰਾਜਸਥਾਨੀ ਦਿਖਣਾ ਵੀ ਬੜਾ ਜ਼ਰੂਰੀ ਹੈ। ਸਾਡੇ ਮੈਡਮ ਦਿਖਣ ਲੱਗੇ ਰਾਜਸਥਾਨੀ, ਦੇਖੋ ਜੀ ਮੈਡਮ ਨੇ ਖੰਮਾ ਖਣੀ ਖੰਮਾ ਖਣੀ। ਹਾਂਜੀ ਫਿਰ ਕਿੱਦਾਂ ਮਿੱਤਰੋ, ਡੇ 2 ਹੋ ਗਿਆ ਸਟਾਰਟ ਸਾਡਾ, ਠੀਕ ਹੈ। ਡੇ 2 ਚ ਲੁੱਕ ਅਸੀਂ ਇਹ ਵਾਲੀ ਕੱਢੀ ਤੇ ਤੁਸੀਂ ਦੇਖ ਸਕਦੇ ਹੋ ਖੁਦ। ਹੁਣ ਕੋਈ ਵੀ ਨਹੀਂ ਹੈਗਾ ਰੂਮ ਚ, ਬਾਹਰ ਜਾ ਕੇ ਦੇਖਦੇ ਹਾਂ, ਮਿਲਦੇ ਆ ਸਾਰਿਆਂ ਨੂੰ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ। ਮਾਰਾ ਤੁਹਾਡੇ ਦਿਲਾਂ ਵਿੱਚ ਕੌਣ ਨੇ ਭਾਜੀ ਹਲੇ ਕੱਲ ਤੁਹਾਨੂੰ ਦੱਸਿਆ ਇੱਕ ਵਾਰ ਫੇਰ ਦੱਸ ਦਿਓ। ਭੁੱਲ ਗਏ? ਭੁੱਲ ਗਏ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸੀਆਰ ਸਾਹਿਬ ਤੁਹਾਡੇ ਦਿਲ ਵਿੱਚ ਕੌਣ? ਤੁਹਾਡੇ ਦਿਲਾਂ ਵਿੱਚ ਕੌਣ ਨੇ? ਕੋਈ ਵੀ ਨਹੀਂ। ਸਹੇਲੀ। ਲੋ ਜੀ, ਅੱਜ ਤੁਹਾਨੂੰ ਡੇ 2 ਦਾ ਮੈਨੂ ਦੱਸਦਾ ਹੈ, ਠੀਕ ਹੈ। ਚਾਹ, ਕੌਫੀ, ਕੱਪ, ਸੈਂਡਵਿਚ, ਸੌਸ, ਠੀਕ ਹੈ। ਤੇ ਆਹ ਕੀ ਚੀਜ਼ ਹੈ, ਆਹ ਦੇਖੋ, ਉਹ ਸੇਵੀਆਂ, ਨਮਕੀਨ ਸੇਵੀਆਂ, ਪਰਾਂਠੇ, ਦਹੀਂ, ਅਚਾਰ ਐਂਡ ਲਾਸਟ ਵਿੱਚ ਹੈਗਾ ਸਾਡੇ ਕੋਲ ਪਤਾ ਨਹੀਂ ਕਿਆ ਕਹਿੰਦੇ ਨੇ, ਤੁਰਚ ਵਾਲਾ ਇਡਲੀ ਯਸ। ਇਹ ਹੈਗਾ ਇਡਲੀ ਡੋਸਾ ਸਾਂਭਰ, ਇਹ ਵਾਲਾ ਹੈਗਾ ਨਾਰੀਅਲ ਦੀ ਚਟਣੀ, ਠੀਕ ਹੈ। ਵਧੀਆ ਹੈ, ਇਹ ਟੇਸਟੀ ਹੈ, ਖਾ ਲਿਆ ਅਸੀਂ। ਸੱਚੀ ਗੱਲ ਹੈ, ਵੈਸੇ ਵਲੋਗ ਬਣਾਉਣਾ ਬੜਾ ਔਖਾ ਹੈ। ਅਸੀਂ ਸੋਚਦੇ ਨਾ, ਮਤਲਬ ਕਿ ਲੋਕਾਂ ਦੇ ਵਲੋਗ ਬਣੇ ਦੇਖਦੇ ਸੀ ਕਿ ਬੜੇ ਵਧੀਆ ਲੱਗਦੇ, ਬਟ ਮੈਂ ਕਹਿੰਦਾ ਜਿਹੜਾ ਕੈਮਰੇ 'ਚ ਬੋਲਦਾ ਵੀ ਬੜਾ ਔਖਾ ਲੱਗਦਾ। ਮੈਂ ਤਾਂ ਕਰਦਾ ਕਿਉਂਕਿ ਥੋੜ੍ਹਾ ਜਿਹਾ ਕੌਨਫੀਡੈਂਸ ਵੀ ਖੁੱਲੂਗਾ ਅਤੇ ਆਪਣੀ ਮੈਮੋਰੀਜ਼ ਲਈ, ਠੀਕ ਹੈ, ਕਿ ਚਲੋ ਬਾਅਦ ਵਿੱਚ ਕਦੀ ਦੇਖਣਾ ਹੋਵੇ ਅਤੇ ਵਧੀਆ ਹੈ। ਮਤਲਬ ਵਲੋਗ ਦੇਖਦੇ ਹੋ ਤੁਸੀਂ, ਸਬਸਕ੍ਰਾਈਬ ਕਰ ਦਿਓ। ਰਹਿਣ ਦੇ ਨਹੀਂ ਵੀ ਕਰਨਾ ਕੋਈ ਚੱਕਰ ਨਹੀਂ, ਮੇਰੇ ਕੋਲ ਪੈਸੇ ਆਇਆ ਕਰਦੇ। ਸ਼ੇਅਰ ਨਹੀਂ ਕੁਛ। ਅਤੇ ਹੋਰ ਤੁਹਾਨੂੰ ਦੱਸ ਦੇਵਾਂ, ਦੇਖੋ ਸਾਰਿਆਂ ਨੇ ਬ੍ਰੇਕਫਾਸਟ ਕਰ ਲਿਆ, ਠੀਕ ਹੈ। ਅਤੇ ਆਹ ਜਿਹੜੇ ਪ੍ਰਿੰਸੀਪਲ ਮੈਡਮ ਦੇ ਹੀਰੇ ਨੇ 2, ਇਹ ਰਹੇ ਵੱਡਾ ਹੀਰਾ, ਛੋਟਾ ਹੀਰਾ। ਵੈਸੇ ਵੱਡਾ ਹੀਰਾ, ਛੋਟਾ ਹੀਰਾ, ਇਹ ਸਟਾਰੇ ਨੇ, ਸਟਾਰਸ ਨਹੀਂ। ਲੋ ਜੀ, ਬੱਸ ਲੱਗ ਗਈ ਵੀ, ਹਜੂਰ ਸਾਹਿਬ ਟੂਰਿਸਟ ਕੰਪਨੀ, ਠੀਕ ਹੈ। ਆਹ ਸਾਡੀ ਬੱਸ ਹੈ। ਤੁਹਾਡੀ ਪਾਕਟ ਹੈ, ਤੁਸੀਂ ਆਪਣੇ ਆਪ ਉਹਨੂੰ ਕਰਵਾ ਸਕਦੇ ਆ ਤੇ ਤੁਸੀਂ ਉੱਥੇ ਪਹੁੰਚਦੇ ਹੋ। ਤੇ ਮੈਨੂੰ ਲੱਗਦਾ ਜਿੱਦਾਂ ਗਰਲਸ ਨੂੰ ਪ੍ਰੋਬਲਮ ਹੁਣ ਹੈਗੀ ਹੈ ਤਾਂ ਇਹਨਾਂ ਨੂੰ ਤਾਂ ਕਿਆ ਕਹਿੰਦੇ, ਪੁੱਜ ਗਏ? ਯਾਦਵਿੰਦਰ ਸਿੰਘ ਯਾਦੀ, ਹਾਂਜੀ ਪੁੱਜ ਗਏ ਕਿਆ? ਪਹੁੰਚ ਗਏ ਜੀ। ਇਹ ਕਿਲੇ ਦਾ ਗੇਟ ਆ ਗਿਆ ਜੀ। ਇਹ ਤਾਂ ਬੜੀ ਛੇਤੀ ਪੁੱਜੇ ਅੱਜ ਅਸੀਂ। ਉਹ ਮੋਗੇ ਤੁਹਾਨੂੰ ਮੋਗੇ ਕਾਹਦੇ ਵਾਸਤੇ? ਇਹ ਬੰਦੂਕਾਂ ਵਾਸਤੇ ਹੋਣੇ, ਐਵੇਂ ਹਾਂ, ਚਿੜੀਆਂ ਵਾਸਤੇ। ਇਹ ਰਡਾਰ ਲਾਈਵ ਦੇ ਲੋ ਜੀ, ਦੇਖੋ ਜੀ ਅੰਦਰ ਦੇ ਨਜ਼ਾਰੇ, ਤੁਸੀਂ ਅੰਦਰ ਦੀ ਮਤਲਬ ਬਿਲਡਿੰਗ ਦੇਖੋ, ਚੈੱਕ ਕਰੋ ਕਿਵੇਂ ਦੀਆਂ ਬਿਲਡਿੰਗਾਂ ਹੈ। ਮਤਲਬ ਸਹੀ ਸੋਹਣਾ ਲੱਗਦਾ। ਪੁਰਾਣੀਆਂ ਨਹੀਂ, ਇਹ ਮਤਲਬ ਪੁਰਾਣੀਆਂ ਦੁਕਾਨਾਂ ਰੈਨੋਵੇਟ ਕਰੀਆਂ ਹੋਈਆਂ, ਲਾਈਕ ਤੇ ਡਿਜ਼ਾਈਨ ਬਣਾਇਆ ਹੋਇਆ ਨਾ, ਜਿੱਦਾਂ ਅੰਮ੍ਰਿਤਸਰ ਬਣਾਇਆ ਹੋਇਆ ਇੱਦਾਂ, ਅੰਮ੍ਰਿਤਸਰ ਹੈ ਨਾ, ਚਮਕੌਰ ਸਾਹਿਬ ਇੱਦਾਂ ਹੀ ਬਣਾਇਆ ਹੋਇਆ। ਹਾਂ ਸੇਮ ਦੇਖੋ, ਨਮਕੀਨ ਘਰ, ਜੀਵੀ ਜੇਮਸ, ਵਧੀਆ ਮਾਰਕੀਟ। ਉਸ ਸਾਈਡ ਵੀ ਸੇਮ ਇੱਦਾਂ ਹੀ ਹੈ। ਪੈਦਲ ਘੁੰਮਣ ਦਾ ਬੜਾ ਮਜ਼ਾ ਆਉਣਾ। ਉੱਪਰ ਬਿਲਡਿੰਗਾਂ ਬਣੀਆਂ ਮਤਲਬ ਵਧੀਆ ਹੈ। ਹਾਂ, ਉਹਦੇ ਨਾ ਖਿੜਕੀਆਂ ਤੇ ਪਤਾ ਲੱਗਦਾ ਬੜੀ ਪੁਰਾਣੀ ਬਿਲਡਿੰਗ ਹੈ। ਕਿਲੇ ਚ ਐਂਟਰੀ ਤੋਂ ਬਾਅਦ ਹੁੰਦਾ ਨਾ ਦੁਕਾਨਾਂ। ਹਾਂ ਉਹੀ ਚੀਜ਼ ਹੈ। ਵਾਹ ਜੀ ਵਾਹ, ਪੂਰੇ ਲੱਗਿਆ ਪਤਾ ਜੈਪੁਰ 'ਚ ਹੈ ਸੱਚੀ ਗੱਲ। ਥੋੜੀ ਪਿੰਕ ਸਿਟੀ ਲੱਗੀ। ਹਾਂ, ਥੋੜੀ ਪਿੰਕ ਸਿਟੀ ਲੱਗ ਰਹੀ ਅਸਲ 'ਚ, ਮੈਨੂੰ ਲੱਗਦਾ ਇਸੀ ਕਰਕੇ ਪਿੰਕ ਸਿਟੀ ਕਹਿੰਦੇ ਹੋਣੇ। ਹਾਂ, ਆਈ ਐਮ ਰੋਂਗ, ਆਈ ਵਾਜ਼ ਰੋਂਗ, ਬਟ ਹੈ। ਆਹ ਦੇਖੋ, ਅੱਗੇ ਚੈੱਕ ਕਰਦੇ ਰਹੋ। ਆਹ ਇੱਕ ਬਿਲਡਿੰਗ ਆ ਰਹੀ ਬਹੁਤ ਬੜੀ। ਉਹ ਇਹ ਤਾਂ ਹਵਾ ਮਹਿਲ ਹੈ। ਹਵਾ ਮਹਿਲ ਨਹੀਂ ਹੈਗਾ, ਕਿਹੜਾ ਮਹਿਲ ਤਾਂ ਇਹ? ਪਾਣੀ ਮਹਿਲ ਹੈ। ਹਵਾ ਮਹਿਲ ਹੀ ਹੈ, ਹਵਾ ਮਹਿਲ ਹੈ ਯਾਰ। ਵਾਹ ਜੀ ਵਾਹ, ਉਹ ਦਿਨ ਤਾਂ ਬੜਾ ਸੋਹਣਾ ਲੱਗ ਰਿਹਾ ਹੈ। ਹਵਾ ਮਹਿਲ, ਜਲ ਮਹਿਲ ਲੰਘ ਗਿਆ, ਉਹ ਦੇਖੋ ਜਲ ਮਹਿਲ। ਵਾਹ ਜੀ, ਪਹੁੰਚ ਗਏ ਜੀ, ਆ ਪਹੁੰਚੇ ਦਰਬਾਰ ਬਾਬਾ ਜੀ ਤੇ ਆ ਪਹੁੰਚੇ। ਉਹ ਦਿਸਦਾ ਕਿਲਾ ਬਾਈ ਜੀ, ਦੇਖੋ ਦਿਸਦਾ। ਰਸਤੇ ਦੀ ਖਾਸੀਅਤ ਇਹ ਹੈ, ਰਸਤਾ ਸਾਰਾ ਗੋਲ ਪੱਥਰਾਂ ਦਾ ਬਣਿਆ ਹੋਇਆ, ਤਾਂ ਜੋ ਗੋਲ ਪੱਥਰਾਂ ਦੇ ਉੱਪਰ ਘੋੜੇ ਔਰ ਜਾਨਵਰਾਂ ਤੋਂ ਚੜਿਆ ਨਾ ਜਾ ਸਕੇ। ਉਹ ਦੇਖੋ ਹਾਥੀ ਜੀ, ਚੜਿਆ ਨਾ ਜਾ ਸਕੇ। ਵਾਹ ਜੀ ਵਾਹ। ਅੱਲੇ ਸਵਾਰੀ ਕਰ ਲਈ ਸਲਿੱਪ ਕਰ। ਤੇ ਜਿੱਥੇ ਅਸੀਂ ਹੁਣ ਇਸ ਟਾਈਮ ਖੜੇ ਹੋਏ ਨਾ, ਉਰ ਤੋਂ ਮਤਲਬ ਓਏ ਇਹਦੇ ਨਾਲ ਮੁੰਡਾ ਬੈਠ ਇੱਕ ਹੈ, ਉਹ 3 ਕਿਲੋਮੀਟਰ ਦੂਰ ਹੈ, ਤਾਂ ਕਰਕੇ ਅਸੀਂ ਟੈਕਸੀ ਕਰਾਈ ਆ। ਅੱਗੇ ਬੈਠ ਕੇ ਟੈਕਸੀ ਕਰਾਣੀ ਆ, ਠੀਕ ਹੈ। ਤੇ ਹੁਣ ਤੁਸੀਂ ਟੈਕਸੀ ਕਿੱਥੇ ਦੇਖ ਸਕਦੇ ਹੋ, ਮੁੰਡੇ बैठ गए। चलो सेना आक्रमण के लिए तैयार हो जाओ। ये हमारे बैठ चुके, ये प्रोफेसर साहब है हमारे। एंड सर बोलना चाहोगे कुछ, कैसा रहेगा? सर बड़ा अच्छा है यहाँ पे तो। क्या अभी तो देखा कुछ नहीं है, क्या अच्छा है? अच्छा पहाड़, अच्छा, ये वाले पहाड़ है। हाँ हरियाली है जहाँ पे। हाँ जी, ये देखिए पंजाब की और पंजाब की तरह जहाँ पे भी सबसे पहले हमें अंग्रेजी में शिक्षा का किताब आउट ऑफ स्टॉक, आउट ऑफ सिलेबस काट दिया जाए। पीक पा दो अंग्रेजी देसी शराब ਤੇ ਹਾਂ, ਤੇ ਫਾਈਨਲੀ ਸਾਨੂੰ ਟੈਕਸੀ ਮਿਲ ਗਈ।
ਤੇ ਪਹਿਲਾਂ ਤਾਂ ਮੁੰਡਿਆਂ ਨੇ ਡਿਸਾਈਡ ਕਰਿਆ ਪੈਦਲ ਜਾਣਾ, ਪਰ ਜਦ ਦੇਖਿਆ ਨਾ ਕਿ ਚੜਾਈ ਦੇਖੋ ਪਹਿਲਾਂ ਤਾਂ ਹੁਣ ਸ਼ਾਇਦ ਉੱਧਰ ਹੀ ਜਾਣਾ ਹੋਣਾ। ਔਰ ਬਹੁਤ ਵੱਡਾ ਪਹਾੜ ਹੈ, ਮਤਲਬ ਸਾਰੀ ਬੋਲ ये बाउंड्री है। ਤੇ ਮਤਲਬ ਹੁਣ ਬਾਕੀ ਦੇਖਦੇ ਆ ਟੀਚਰ ਵੀ ਸਾਡੇ ਪਿੱਛੇ ਆ ਰਹੇ, ਬਾਕੀ 2 ਟੈਕਸੀ ਅੱਗੇ ਚੱਲ ਗਈਆਂ ਤੇ ਬਾਕੀ ਬੈਠੀਆਂ ਲੋਡ ਹੈ। ਹਾਂਜੀ ਤੇ ਯਾਦਵਿੰਦਰ ਸਿੰਘ ਜੀ ਕੁਝ ਬੋਲਣੇ ਨੇ। देखो जी, आपको गुड मॉर्निंग। ਗੁੱਡ ਮਾਰਨਿंग। दूसरी बात, आपसे हमारे मुलाकात हो जाए तो बेटर है। कहाँ से तशरीफ आए? पंजाब से, हरियाणा से, लुधियाना से। पंजाब से। सर ऐसा है देखिए, हम मुगल पठान हैं और मुगलों के ज़माने से यहाँ रहते आ रहे हैं, ਓਕੇ ਜੀ, इसलिए हमारे छोटे से गाँव में आपका मोस्टली वेलकम है साहब। ਥੈਂक यू जी, हम धन्यवाद। जो पैलेस देखने जा रहे हैं, उस पैलेस के बारे में जानते हैं, थोड़ा बताते बढ़िया रहेगा। यस यस। क्योंकि अगर आपका कोई गाइड है तो बहुत बेटर है, कोई दिक्कत नहीं है। क्योंकि ये जो पैलेस है राजा मान सिंह का पैलेस है, अकबर बादशाह का ससुराल है साहब, ये यानी जोधा बाई का मायका है। इस पैलेस के चारों तरफ देखेंगे तो ये पहाड़ी पहाड़ होते हैं। इन पहाड़ों को अरावली पर्वत के नाम से जाना जाता है साहब, अरावली पर्वत। और इनकी चोटी पे जो देखेंगे तो ये 12 किलोमीटर के करीब सेफ्टी वॉल है और 7 वॉच टावर बने हुए हैं आने वाले दुश्मन पे नजर रखने के लिए, पुलिस चौकी साहब ये। ओके जी। और इसकी तलहटी में ही हमारा गरीब खाना है, इधर में ये छोटी गली देख रहे हैं, इधर आपके जो आपके पूर्वज थे यहीं रहते आए हो? जी हाँ, 500 साल हो गए साहब हमें रखते हुए। 500 साल? जी हाँ, अकबर के साथ में हमारे दादा परदादा यहाँ आए थे और राजा मान सिंह ने रहने को वहाँ जगह न दिया, यहाँ दिया जंगल के अंदर। तब हमारे दादा परदादा यहाँ आकर रहे तो जंगली जानवर रहा करते। अच्छा जी। कुछ लड़े और कुछ मरे और कुछ मारे। ओके। और उन्हें आज ये पठानों के महल्ले के नाम से जाना गया साहब। ये कुछ ज़माने में 25-30 आदमी थे, उन्होंने कबीला बढ़ाने के लिए एक आदमी ने 15-15 ਜੀ ਬੈਂਕ ਦੇਖ ਲਓ, ਪੁਰਾਣੇ ਜ਼ਮਾਨੇ ਦਾ ਬੈਂਕ ਦਿਖਾਉਂਦੇ ਤੁਹਾਨੂੰ। ਆਹ ਦੇਖੋ ਪੁਰਾਣੇ ਜ਼ਮਾਨੇ ਦਾ ਬੈਂਕ ਸੀਗਾ ਉਹ, ਇਹ ਦੇਖੋ ਇਹ ਬੈਂਕ ਹੈ ਸਾਰਾ ਹੀ, ਕਿਆ ਹਾਲਤ ਹੋ ਚੁੱਕੀ ਇਸ ਦੀ। ਮਤਲਬ 500 ਸਾਲ ਪਹਿਲਾਂ ਦਾ ਬੈਂਕ ਤੁਸੀਂ ਦੇਖ ਸਕਦੇ ਹੋ ਕਿਸ ਟਾਈਪ ਦਾ ਬਣਾਇਆ ਹੋਇਆ, ਮਿੱਟੀ ਦੀਆਂ ਕੰਧਾਂ ਪੱਥਰਾਂ ਦਾ ਬਣਿਆ ਹੋਇਆ ਤੇ ਮਤਲਬ ਬਹੁਤ ਹੀ ਵਧੀਆ ਲੱਗਦਾ। ਦੇਖੋ ਇੱਕ ਚ ਕਾਮਨ ਗੱਲ ਇਹ ਹੈ ਕਿ ਸਾਰੀਆਂ ਵੀ ਜਿੰਨੀਆਂ ਉਰੇ ਲਗਭਗ ਟੈਕਸੀਆਂ ਲੱਗੀਆਂ ਹੋਈਆਂ ਨੇ, ਥਾਰ ਲੱਗੀਆਂ ਹੋਈਆਂ, ਦੇਖੋ ਕਿੰਨੀਆਂ ਪੁਰਾਣੀਆਂ ਥਾਰਾਂ ਹੈ। ਆਹ ਥਾਰ ਠੀਕ ਹੈ, ਤੇ ਕੋਈ ਨੇ ਮਤਲਬ ਆਪਣੀ ਪਰਸਨਲ ਗੱਡੀਆਂ ਲੈ ਕੇ ਵੀ ਆ ਰਹੇ। ਤੇ ਹੁਣ ਅਸੀਂ ਕਿਲੇ ਦੇ ਉੱਪਰ ਪੁੱਜ ਗਏ ਹੋਏ, ਅਸੀਂ ਕਿਲੇ ਦੇ ਉੱਪਰ ਪੁੱਜ ਗਏ ਹੋਏ ਤੇ ਹੁਣ ਮਤਲਬ ਇਹ ਮੈਨੂੰ ਜਿੱਥੇ ਤੱਕ ਲੱਗਦਾ ਜੋ ਇਹ ਚੀਜ਼ ਹੈ ਇਹ ਘੋੜਿਆਂ ਵਾਸਤੇ ਰਸਤਾ ਸੀਗਾ, ਘੋੜਿਆਂ ਲਈ। ਹੁਣ ਅਸੀਂ ਜਾ ਰਹੇ ਤੇ ਹੁਣ ਗੱਡੀਆਂ ਜਾ ਰਹੀਆਂ, ਮਤਲਬ ਬਹੁਤ ਹੀ ਵਧੀਆ। ਜਿਹਨੂੰ ਆਰਕੀਟੈਕਟ ਜੋ ਵੀ ਹੈ ਮਤਲਬ ਬਹੁਤ ਹੀ ਵਧੀਆ ਹੋਇਆ, ਕੰਸਟਰਕਸ਼ਨ ਬਹੁਤ ਹੀ ਸੋਹਣੀ ਹੋਈ ਮਤਲਬ ਦੇਖਣ ਵਾਲੀ ਚੀਜ਼ ਹੈ। ਮੈਂ ਸੋਚਿਆ ਜੈਪੁਰ 'ਚ ਕਿਆ ਹੀ ਦੇਖਣਾ, ਪਰ ਜਦੋਂ ਮੈਂ ਕਿਲਾ ਦੇਖਿਆ ਨਾ, ਸਟਾਰਟਿੰਗ ਦੇਖਿਆ ਜਿਹੜਾ ਕਿਲਾ ਦੇਖਣਾ ਹੈ ਮਤਲਬ ਅੱਖਾਂ ਖੁੱਲ੍ਹ ਜਾਂਦੀਆਂ। ਨਾਈਸ। ਹੁਣ ਅਸੀਂ ਪੁੱਜੇ ਆਪਣੇ ਬਲਜੀਤ ਭਾਜੀ ਦੇ ਨਾਲ। ਬਲਜੀਤ ਭਾਜੀ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਉਰੇ ਆ ਕੇ? ਬਹੁਤ ਵਧੀਆ, ਇਦਾਂ ਲੱਗ ਰਿਹਾ ਕਿ ਰਿਆਸਤ ਬਹੁਤ ਵਧੀਆ, ਮਤਲਬ ਕਿ ਪ੍ਰਦੇਸ਼ਾਂ ਤੋਂ ਲੋਕ ਆਏ ਹੋਏ ਨੇ। ਅਸਲ 'ਚ ਜਦੋਂ ਅਸੀਂ ਜੈਪੁਰ ਐਂਟਰ ਕਰੇ ਸੀਗੇ ਇਹ ਲੱਗਿਆ ਨਹੀਂ ਸੀਗਾ ਇੰਨਾ ਕੁਝ ਹੋ ਸਕਦਾ, ਬਟ ਲੇਕਿਨ ਬਹੁਤ ਹੀ ਮਤਲਬ ਅੱਖਾਂ ਖੁੱਲ੍ਹ ਜਾਂਦੀਆਂ ਦੇਖ ਕੇ, ਵੱਧ ਕੇ ਹੀ ਹੈ। ਰਾਜਸਥਾਨ ਆਏ ਸੀ, ਰਾਜਸਥਾਨੀ ਦਿਖਣਾ ਵੀ ਬੜਾ ਜ਼ਰੂਰੀ ਹੈ। ਸਾਡੇ ਮੈਡਮ ਦਿਖਣ ਲੱਗੇ ਰਾਜਸਥਾਨੀ, ਦੇਖੋ ਜੀ ਮੈਡਮ ਖੰਮਾ ਖਣੀ ਖੰਮਾ ਖੜੀ ਜਦੋਂ ਐਂਟਰ ਹੁੰਦੇ ਆ। चले जाओ वहाँ पे सारे राठौड़ राजपूत हैं, अलग अलग डिवाइड है। पूरा राजस्थान 19 पार्ट में बटा हुआ है, तो 19 पार्ट की एक रियासत आप अभी देखने आए हो, तो ये आमेर रियासत है पुराने समय की। तो ये रियासत का जो गोल्डन टाइम पीरियड है वो मिर्जा राजा मान सिंह का है। तुरंत हम लोग किताबों में पढ़ते हैं, मान सिंह जी को पढ़ते हैं, लेकिन मान सिंह का जो टाइम पीरियड है वो यहाँ तक ही है। कहने का मतलब ये है कि पुराने समय के लोग ऐसा मानते हैं कि ये फ्यूचर देखते थे मूर्ति के साथ में। कैसे कि उस समय एक मानव बलि लगेगी, कोई भी राजा अपनी रियासत के अंदर से एक मानव की बलि देगा तो आने वाला जो युद्ध है उस युद्ध का परिणाम पहले से आपको मिल जाएगा। तो उस टाइम पीरियड में तो मानव बलि होती थी, लेकिन राजा के बाद से मानव बलि बंद हो गई। तो कुछ लोग मानते हैं कि अभी इसके अंदर जो स्टैचू है माता की, जो मूर्ति है वो ओरिजिनल नहीं है, वो दूसरी है। तो मतलब पुराने समय में माता की ਹਾਂਜੀ ਲਿਟਰਲੀ ਜੋ ਸਾਨੂੰ ਗਾਈਡ ਮਿਲਿਆ ਹੋਇਆ ਮਤਲਬ ਬਹੁਤ ਹੀ ਵਧੀਆ ਗਾਈਡ ਕਰ ਰਿਹਾ। ਐਦਾਂ ਨਹੀਂ ਹੈਗਾ ਜਾਣ ਨੂੰ ਤਾਂ ਦੇਖੋ ਆ ਸਿੱਧਾ ਡਾਇਰੈਕਟ ਰਸਤਾ ਹੈਗਾ। ਜੋ ਇਹ ਤੁਸੀਂ ਝੌਂਪੜੀਆਂ ਜੀ ਦੇਖ ਰਹੇ ਨਾ, ਦੋ ਮਤਲਬ ਉਰੇ ਇੱਕ ਸਾਈਡ ਰਾਣਾ ਖੜਦੀ ਸੀਗੀ, ਇੱਕ ਸਾਈਡ ਰਾਜਾ ਖੜਦਾ ਸੀਗਾ ਤੇ ਉਰੇ ਸਾਰੀ ਸੇਨਾ ਕਰਦੀ ਸੀਗੀ, ਪਰੇਡ ਕਰਦੀ ਸੀਗੀ ਉਸ ਟਾਈਮ। ਮਤਲਬ ਬਹੁਤ ਹੀ ਵਧੀਆ ਕਰਿਆ ਹੋਇਆ। ਤੇ ਇਹ ਕਹਿੰਦੇ ਸਾਈਡ ਤੇ ਜਾਣਾ, ਇੱਧਰ ਇੱਕ ਮੰਦਿਰ ਹੈ, ਮਤਲਬ ਇੱਥੇ ਇਹੋ ਜਿਹਾ ਮੰਦਿਰ ਹੈ ਜਿੱਥੇ ਮਾਤਾ ਦਾ ਮੰਦਿਰ ਕਿਹਾ ਜਾਂਦਾ ਤੇ ਮਤਲਬ 9 ਮਾਤਾ ਦੇ ਰੂਪ ਉਰੇ ਰੱਖੇ ਗਏ, 9 ਮਾਤਾ। ਹੁਣ ਚੈੱਕ ਕਰਦੇ ਜੇ ਵੀਡੀਓ ਉੱਥੇ ਅਲਾਉਡ ਹੋਈ ਤੁਹਾਨੂੰ ਦਿਖਾਉਂਦੇ ਆ ਵਲੋਗ 'ਚ। ਬਹੁਤ ਹੀ ਲੰਬਾ ਵਲੋਗ ਬਣ ਰਿਹਾ, ਕੋਸ਼ਿਸ਼ ਕਰ ਰਹੇ, ਮੇਰਾ ਫੋਨ ਵੀ ਡੈਡ ਹੋਣੇ ਵਾਲਾ ਹੀ ਆ। ਬਾਕੀ ਜਿੰਨਾ ਹੋ ਸਕੇ ਤੁਹਾਨੂੰ ਦਿਖਾਉਂਦੇ ਆ, ਜ਼ਰੂਰ ਦੇਖਿਓ, ਲਾਈਕ ਜ਼ਰੂਰ ਕਰਿਓ, ਫੋਲੋ ਜ਼ਰੂਰ ਕਰਿਓ। ਆਹ ਦੇਖੋ ਜੀ ਅਸੀਂ ਇਸ ਸਾਈਡ ਤੋਂ ਆ ਕੇ ਗਏ ਤੇ ਅਸੀਂ ਇੱਧਰ ਹੀ ਆ ਗਏ। ਇੱਥੇ ਸਾਡੇ ਰਾਜਾ ਸਾਹਿਬ ਖੜ੍ਹਦੇ ਹੁੰਦੇ ਸੀਗੇ, ਮਾਨ ਸਿੰਘ ਜੀ ਜੋ ਵੀ ਉਸ ਟਾਈਮ ਮਤਲਬ ਜਿਨ੍ਹਾਂ ਦਾ ਵੀ ਰਾਜ ਹੋਇਆ ਉੱਧਰ ਰਾਣੀ ਸੀਗੀ। ਤੇ ਤੁਹਾਨੂੰ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਤਾਂ ਉਹਨੇ ਦੱਸਿਆ ਸੀਗਾ ਜੋ ਜੋਧਾ ਮਤਲਬ ਜੋਧਾ ਅਕਬਰ ਤੁਸੀਂ ਸੁਣਿਆ ਹੋਣਾ, ਜੋਧਾ ਮਤਲਬ ਪੇਕੇ ਹੋ ਰਹੇ ਸੀਗੇ ਜੋਧਾ ਦੇ, ਠੀਕ ਹੈ।
ਤੇ ਮਤਲਬ ਜੋ ਉਹਦਾ ਰਾਜਾ ਸੀਗਾ ਮਾਨ ਸਿੰਘ ਤੇ ਉਹਨਾਂ ਦੀ ਭੂਆ ਸੀਗੀ ਜੋਧਾ, ਮਤਲਬ ਇੱਕ ਸੰਧੀ ਹੋਈ ਸੀ ਕਿ ਜੋਧਾ ਨਾਲੇ ਮਤਲਬ ਰਾਜਪੂਤਾਂ ਨਾਲੇ ਮੁਗਲ ਦੇ ਪ੍ਰਤੀ, ਠੀਕ ਹੈ। ਤਾਂ ਫਿਰ ਜੋਧਾ ਦਾ ਵਿਆਹ ਹੋਇਆ ਸੀਗਾ ਅਕਬਰ ਨਾਲ, ਤਾਂ ਬਣਿਆ ਜੋਧਾ ਅਕਬਰ। ਬਾਅਦ ਚੈੱਕ-ਇਨ ਤੋਂ ਬਾਅਦ ਅਸੀਂ ਜੋਧਾ ਹੀ ਐਂਟਰ ਕਰਦੇ ਨੇ ਸਿੱਧਾ, ਤੇ ਆਹ ਦੇਖੋ ਕਿਆ ਹੀ ਨਜ਼ਾਰਾ ਦੇਖਣ ਨੂੰ ਮਿਲਦਾ। ਧੁੱਪ ਕਰਕੇ ਥੋੜੀ ਦਿੱਕਤ ਆ ਰਹੀ ਤੇ ਕੋਈ ਚੱਕਰ ਨਹੀਂ, ਲੇਕਿਨ ਜੋ ਉਹਦੀ ਬਿਊਟੀ ਹੈ ਉਹ मैं बयान नहीं कर सकता, बहुत ही कैंट ब्यूटी। सिंह हुए तो ये मिर्जा राजा मानसिंह का टाइम पीरियड जो मुगल दरबार में मेन सेनापति थे। राजा के पास उस समय जो मनसबदार होते हैं वो 7000 की मनसबदारी थी, मतलब उस समय अकबर के मेन सोल्जर बने वो। तो अकबर के टाइम पीरियड में यहाँ पे जब मानसिंह की ये 7 साल की थी उसी समय वो चले गए थे। तो उनके लाइफ टाइम जो 82 ईयर्स की वो तब तक रहे, लगभग उन्होंने 50 से 60 साल अपने दरबार को दिए। उनके साथ घुड़सवार रहे। एल शेप में रखा गया, एल शेप में इसलिए रखा गया बेसिकली अगर कभी दुश्मन सेना का अटैक हो जाए, पहला दरवाज़ा अगर दुश्मन सेना तोड़ दे तो दूसरा दरवाज़ा तोड़ने के लिए उनके पास इतना गैप नहीं है कि इतना पावर जनरेट कर सके या दरवाज़ा तोड़ के अंदर आ सके। कमल का फूल लेके बैठा है, मतलब वो हिंदू आर्किटेक्ट है, वो आपका स्वागत कर रहा है। और उससे थोड़ा सा नीचे हम लोग आते जाते तो आपको एक मस्जिद जैसा डोम जैसा दिखेगा, तो मुगल आर्किटेक्ट है। तो हिंदू और मुगल आर्किटेक्ट इसके अंदर मिक्स में कॉम्बिनेशन बनाया गया है। तो इसमें बीच वाला जो पार्ट रहेगा सेंटर वाला, उसमें राजा बैठेंगे लोगों की जन सुनवाई के लिए। राजा किसी को पनिशमेंट दे रहे हैं, किसी को प्राइज़ दे रहे हैं। लोकल पब्लिक जहाँ पे हम लोग खड़े वहीं पे खड़ी रहेगी। और साइड में जो आपको एक कॉरिडोर दिख रहा है, बहुत बड़ा साइड में कॉरिडोर दिख रहा है, वहाँ पे राजा का कैबिनेट बैठेगा। विंडो बना हुआ है, तो इसको हम लोग गणेश पोल बोलेंगे। गणेश पोल का मतलब केवल फोटो ही गणेश जी की है। बाकी वाला जो पार्ट है मुगल आर्ट है, लेकिन ऊपर वाला पार्ट है वो हिंदू आर्ट है सर। आपको टॉप पे एक किला भी दिख रहा है, वो जयगढ़ का किला है। इस टनल के माध्यम से आप जयगढ़ तक जा सकते हो। एमरजेंसी टाइम पीरियड में रॉयल फैमिली को ऊपर शिफ्ट किया जाएगा और जितने भी सैनिक बल है हमारा नीचे आके फटाफट चार्ज ले लेगा इसका। ਇਹ ਜੀ ਦੀਵਾਨੇ ਆਮ ਦੇਖੋ, ਤੁਸੀਂ ਦੇਖ ਸਕਦੇ ਹੋ ਦੀਵਾਨੇ ਆਮ ਬਹੁਤ ਮਤਲਬ ਲਿਖਿਆ ਹੋਇਆ ਕਿੰਨੇ ਪਿਲਰਸ ਦੇ ਬਣਿਆ ਹੋਇਆ। ਮਤਲਬ ਉਰੇ ਜੋ ਵੀ ਇੱਕ ਰਾਜਾ ਬੈਠਦੇ ਸੀਗੇ ਤੇ ਰਾਜਾ ਮਤਲਬ ਆਪਣੀ ਪ੍ਰਜਾ ਦੀਆਂ ਸਮੱਸਿਆਵਾਂ ਸੁਣਦੇ ਸੀਗੇ। ਤੇ ਜੇ ਤੁਸੀਂ ਉੱਪਰ ਧਿਆਨ ਰੱਖੋਗੇ ਤਾਂ ਉੱਥੇ ਇੱਕ ਪਰਦਾ ਲੱਗਿਆ ਹੋਇਆ, ਮਤਲਬ ਇੱਕ ਜਾਲੀ ਲੱਗੀ ਹੋਈ, ਉੱਥੇ ਰਾਣੀ ਆ ਕੇ ਬੈਠਦੀ ਹੁੰਦੀ ਸੀਗੀ ਤੇ ਮਤਲਬ ਇਹਨੂੰ ਇੱਕ ਪਰਦਾ ਕਿਹਾ ਗਿਆ। ਇਹ ਦੋਨਾਂ ਆਰਕੀਟੈਕਚਰ ਮਤਲਬ ਹਿੰਦੂ ਤੇ ਮੁਸਲਮਾਨ ਮੁਗਲਾਂ ਦੇ ਦੋਨਾਂ ਦੇ ਆਰਕੀਟੈਕਚਰ ਨੂੰ ਰਿਪਰੈਜ਼ੈਂਟ ਕਰਦਾ, ਉਹਨਾਂ ਨਾਲ ਮਿਲਾ ਕੇ ਬਣਿਆ। ਉੱਪਰ ਕਲਸ਼ ਲੱਗੇ ਹੋਏ ਨੇ, ਮਤਲਬ ਵੀਡੀਓ ਤੁਸੀਂ ਪੂਰੀ ਦੇਖੋ, ਉਹਦੇ ਵਿੱਚ ਬਣਾਇਆ। ਤੇ ਤੁਸੀਂ ਸਰਾਊਂਡਿੰਗ ਦੇਖ ਸਕਦੇ, ਉੱਪਰ ਵੀ ਇੱਕ ਲੋਹਗੜ੍ਹ ਦਾ ਕਿਲ੍ਹਾ ਹੈ ਤੇ ਉਹ ਦੇਖੋ, ਮਤਲਬ ਉੱਥੋਂ ਇਹ ਸੈਨਾ ਹੁੰਦੀ ਸੀ, ਕੋਈ ਵੀ ਅਟੈਕ ਹੁੰਦਾ ਸੀਗਾ, ਜੋ ਸੈਨਾ ਸੀਗੀ ਉਹ ਮਤਲਬ ਇੱਕ ਸੁਰੰਗ ਰਾਹੀਂ ਨੀਚੇ ਨੂੰ, ਟਨਲ ਰਾਹੀਂ ਨੀਚੇ ਨੂੰ ਆ ਜਾਂਦੀ ਸੀਗੀ ਤੇ ਅਟੈਕ ਤੋਂ ਬਚਾਉਂਦੀ ਸੀਗੀ। ਜੇ ਤੁਸੀਂ ਧਿਆਨ ਦਿਓਗੇ ਤਾਂ ਦੇਖੋ ਬਾਉਂਡਰੀ ਬੋਲ ਕਿੰਨੀ ਜ਼ਿਆਦਾ ਹੈ, ਦੇਖੋ ਕਿੰਨੀ ਲੰਬੀ ਬਾਉਂਡਰੀ ਬੋਲ ਹੈ। ਦੇਖੋਗੇ ਇਹ ਮਤਲਬ ਇੱਕ ਤਰ੍ਹਾਂ ਕੈਪੀਟਲ ਬਣਾਈ ਗਈ ਸੀਗੀ, ਜਦੋਂ ਮਤਲਬ ਰਾਜਿਆਂ ਦੀ ਕੈਪੀਟਲ ਹੁੰਦੀ ਤਾਂ ਆਪਣਾ ਜਿੰਨਾ ਵੀ ਏਰੀਆ ਹੁੰਦਾ ਉਹ ਮਤਲਬ ਕਵਰ ਕਰ ਲੈਂਦੇ ਸੀਗੇ ਇੱਕ ਬਾਉਂਡਰੀ ਨਾਲ। ਤੇ ਹੁਣ ਦੇਖ ਸਕਦੇ ਹੋ ਦੂਰ ਦੂਰ ਤੱਕ ਐਵੇਂ ਲੱਗਦਾ ਜਿਵੇਂ ਚਾਈਨਾ ਵੋਲ ਹੈ, ਠੀਕ ਹੈ। ਚਾਈਨਾ ਵੋਲ ਵੀ ਮਤਲਬ ਇੰਡੀਆ ਦੀ ਜੋ ਵੀ ਲੰਬੀ ਵੋਲ ਹੈ ਉਹ ਚਾਈਨਾ ਵੋਲ ਮੰਨਿਆ ਜਾਂਦਾ, ਲੇਕਿਨ ਜੇ ਦੇਖਿਆ ਜਾਵੇ ਮਤਲਬ ਪੂਰੇ ਵਰਲਡ 'ਚ ਤਾਂ ਇਹ ਜੋ ਵੋਲ ਹੈ ਇਹ ਤੀਜੇ ਨੰਬਰ 'ਤੇ ਆਉਂਦੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੰਨੀ ਲੰਬੀ ਵੋਲ ਹੋ ਸਕਦੀ ਜੋ ਦੁਨੀਆ 'ਚ ਤੀਜੇ ਨੰਬਰ 'ਤੇ ਆ ਰਹੀ। ਤਾਂ ਮਤਲਬ ਬਹੁਤ ਹੀ ਵਧੀਆ, ਕਿੰਨਾ ਟਾਈਮ ਲੱਗਿਆ ਹੋਣਾ ਉਹਨਾਂ ਨੂੰ ਹੀ ਪਤਾ ਹੋਣਾ, ਕਿੰਨੀ ਮਿਹਨਤ ਲੱਗੀ ਹੋਣੀ ਉਹਨਾਂ ਨੂੰ ਹੀ ਪਤਾ ਹੋਣਾ, ਅਸੀਂ ਬਿਆਨ ਨਹੀਂ ਕਰ ਸਕਦੇ ਕਿੰਨੀ। ਬਸ ਦੇਖ ਕੇ ਲੱਗਦਾ ਕਿ ਮਿਹਨਤ ਬਹੁਤ। ਜੋ ਤੁਸੀਂ ਇਹ ਲੇਕ ਦੇਖ ਰਹੇ ਜਾਂ ਉਹ ਇੱਕ ਗਾਰਡਨ ਦੇਖ ਰਹੇ ਵਿੱਚ, ਇਸ ਗਾਰਡਨ ਦਾ ਨਾਮ ਪਤਾ ਕਿਆ ਹੈ? ਸੈਫਰਨ ਗਾਰਡਨ। ਉੱਥੇ ਸੈਫਰਨ ਨਹੀਂ ਹੈ, ਮਤਲਬ ਇਹ ਯਾਦ ਹੀ ਬਣਾਈ ਗਈ। ਮਤਲਬ ਇੱਕ ਜੋ ਉਹਦੇ ਰਾਜਾ ਸੀਗੇ ਲੇਟੈਸਟ, ਉਹ ਕਸ਼ਮੀਰ ਤੋਂ ਲੈ ਕੇ ਆਏ ਸੀਗੇ ਸੈਫਰਨ। ਉਰੇ ਨਹੀਂ ਹੋਗੀ ਉਹਨਾਂ ਦੇ ਉਸ ਨੂੰ ਮਤਲਬ ਇੱਕ ਤਰ੍ਹਾਂ ਟੈਂਪਰੇਚਰ ਬਣਾਉਣ ਲਈ, ਤਾਂ ਕਰਕੇ ਉਹਨਾਂ ਨੇ ਇੱਕ ਲੇਕ ਬਣਾਈ ਸੀਗੀ, ਬਟ ਉਹ ਨਹੀਂ ਹੋ ਪਾਇਆ। ਤਾਂ ਕਰਕੇ ਉਹਨਾਂ ਨੇ ਇਸ ਜੋ ਗਾਰਡਨ ਦਾ ਨਾਮ ਹੀ ਸੈਫਰਨ ਗਾਰਡਨ ਰੱਖਤਾ। ਤੁਸੀਂ ਦੇਖ ਸਕਦੇ ਹੋ ਇਹਦੀ ਲੁੱਕ ਕਿੰਨੀ ਸੋਹਣੀ ਹੈ, ਮਤਲਬ ਕਿੰਨਾ ਵਧੀਆ ਲੱਗ ਰਿਹਾ, ਠੀਕ ਹੈ, ਕਿੰਨਾ ਮਤਲਬ ਅਲੱਗ ਜਿਹਾ ਲੱਗ ਰਿਹਾ, ਐਵੇਂ ਨਹੀਂ ਹੈਗਾ ਕਿ ਅਸੀਂ ਨੋਰਮਲੀ ਗਾਰਡਨ ਕਹਿ ਸਕਦੇ, ਮਤਲਬ ਬੈਸਟ ਹੈ ਦੇਖਿਆ ਜਾਏਗਾ। ਦੇਖ ਸਕਦੇ ਹੋ ਤੁਸੀਂ ਸਰਾਊਂਡਿੰਗ ਦੇਖ ਸਕਦੇ ਹੋ ਇਸਦੀ। हाँ हाँ शाम के बाद वो बंद हो जाता है। ये सच है, ये सब आपसे जाके पूछेंगे, मैं आप ही को बताऊंगा। कहने का मतलब ये है कि भानगढ़ फोर्ट में साइंटिफिकली प्रूफ हो चुका है, आफ्टर 5:30 वी कांट एंटर इन भानगढ़। आंतरिक बैठते हैं। कहने का मतलब ये कि सर वहाँ पे टूरिस्ट बहुत कम जाता है। यहाँ पे घूमने के लिए आज के टाइम पीरियड में 10,000 लोग हैं सर, वहाँ पे पूरे दिन में 10 लोग जाएंगे। एक तो सर वो चीज़, और स्टार्टिंग से कहानी ऐसी भी है कि वो गाँव श्रापित हो गया। लोग ऐसा मानते हैं कि रातों रात वो गाँव श्राप की वजह से मर गया। और श्राप की वजह से कैसे सर? एक थी वहाँ पे सर उस समय का एक साधु था, साधु ने तपस्या करके, कहने का मतलब साधु जानता था तांत्रिक विद्या पुराने समय में। तो साधु जब तांत्रिक विद्या जानता था तो सर उस समय उन्होंने एक रानी को देखा, मतलब रानी सर कहने का मतलब महल के अंदर बैठी थी, तो उस साधु ने रानू को देख लिया। तो कहने का मतलब साधु सर फ्लैट हो गया रानी को। तो साधु ने एक इत्र भेजा तंत्र विद्या करके कि जैसे ही इत्र को रानी लगाएगी रानी उसकी तरफ अट्रैक्ट हो जाएगी। तो सर रानी उससे बड़े तांत्रिक निकली। तो सर रानी सर इत्र देखते समझ गए। तो कहने का मतलब सर
आप सर पंजाब में पराठा खाते हो, आप पराठा देखते समझ जाओगे कैसा है। तो सर वैसा है कि उस समय रानी इत्र देखते पहचान लिया कि इस इत्र में क्या हुआ, तो उसने वो इत्र एक पहाड़ में एक बहुत बड़ा पत्थर रखा, तो उस पत्थर पे उस इत्र को डाल दिया, तो इत्र अट्रैक्ट हो गया साधु की तरफ में। तो साधु मरते मरते श्राप दे के गया था कि रातों रात पूरा गांव श्रापित हो जाएगा और आजीवन यहाँ पे इनकी आत्माएं ही भटकेंगी। तो सर आज भी 5:30 के बाद में वहाँ पे सर आसपास में लोगों 1 किलोमीटर रेंज में कोई रहता नहीं है। बाहर वाली जो रेंज है उसमें लोगों को सर जैसे अमावस के दिन वहाँ पे आवाज़ें आती है। और सर हम लोग अगर ये सब सोच के जा रहे हैं कि वहाँ पे भूत मिलेंगे, तो सब कुछ हमारी लाइफ में, हमारे यूनिवर्स में है। आप अगर सही रहोगे तो आप हमेशा सही हो, आप गलत हो सर आपको कोई नहीं बदल सकता। हम पॉजिटिव रहेंगे तो हमेशा सही है। हम सोच रहे हैं कि हम लोगों को पास होना है या फेल होना है, तो सर जो हम सोचेंगे वही होगा। ये आग जलाने का गीज़र है, नीचे जब आप आग जलाएंगे तो ऊपर उसमें बीच में कॉपर का प्लेट लगाया जाता है। तो कॉपर क्या काम करता है, गीज़र का काम करता है। तो जैसे आग जलाओगे धीरे धीरे पानी अंदर वाला गर्म हो जाएगा। तो आधा टैंक ये बाहर की तरफ बना हुआ है। आज बुझ जाएंगे जाते जाते मंजूरी का ये तो मैम अभी हम लोग जो खड़े हैं ये उस समय का तो मैम ये देख लो कॉन्सेप्ट, मुगल कॉन्सेप्ट है पूरा, डिज़ाइन आप देख लो। अंदर वाला जो पार्ट है वो ठंडे पानी गर्म का मिक्सर है। कहने का मतलब जी यहाँ से जो वो निकलेगा इधर आए, तो मैम ये देखो ये है गर्म पानी का, अंदर की तरफ में टैंक बना हुआ था। तो गर्म पानी जो आएगा वो उस समय इस वाले हॉल से आएगा। अच्छा, इस वजह से और ठंडा पानी जो आएगा सर दूसरे वाले टैंक से आएगा। 2 टैंक बने हुए हैं, गर्म पानी के लिए और ठंडे पानी के लिए। तो ये उस समय का वाटर मिक्सर है। ਸਹੀ ਗੱਲ ਹੈ, ਬਹੁਤ ਹੀ ਕਨਫਿਊਜ਼ਨ ਵਾਲਾ ਮਤਲਬ ਇੱਧਰੋਂ ਰਸਤਾ ਇੱਧਰੋਂ ਰਸਤਾ ਇੱਧਰੋਂ ਰਸਤਾ ਇਦਾਂ ਘੁੰਮ ਘੁੰਮ ਕੇ ਨਾ ਦੇਖੀ ਸ਼ਕਲ ਦੇਖ ਸਕਦੇ ਹੋ। ਇਸ ਬਾਹਰ ਹੀ ਆ ਗਏ ਉੱਪਰੋਂ ਹੋ ਗਿਆ। ਇਹ ਬਾਥਰੂਮ ਉਸ ਟਾਈਮ ਦੇ, ਇਹ ਬਾਥਰੂਮ ਦੇਖੋ ਜਿਹੜੇ ਹੁਣ ਬਣ ਰਹੇ ਜਿਹਨੂੰ ਅਸੀਂ ਲਗਜ਼ਰੀਅਸ ਕਹਿੰਦੇ, ਲਗਜ਼ਰੀਅਸ ਤਾਂ ਇਹ ਚੀਜ਼ ਹੈ, ਇਹ ਹੈ ਲਗਜ਼ਰੀ, ਇਹਨੂੰ ਵਾਸ਼ਰੂਮ ਕਹਿੰਦੇ। तो उसके अंदर और ये जो फाउंटेन चल रहा है अभी तो मैम ये मशीनरी चल रहा है, उस समय ये फाउंटेन नेचुरली चलता था। ऊपर की तरफ में यहाँ पे टैंक बनाया हुआ है, क्योंकि ये जो पैलेस बनाया गया है मिरर प्लेस, ये केवल सर्दी का है, गर्मी का जो रहेगा ऊपर वाले पार्ट में रहेगा। तो इसके अंदर जो कांच मंगाया वो बेल्जियम से, तो राजा का स्पेशल गेस्ट के लिए या राजा का दीवाने खास, मतलब यहाँ पे राजा की या तो रॉयल फैमिली आ सकती है या कोई गेस्ट आ सकता है। लोकल पब्लिक यहाँ पे कभी नहीं आएगा, उनके लिए शीश महल बनाया गया है। तो सर ये फाउंटेन के ऊपर जो पानी जो प्रेशर से चलता है, तो उस समय ये फाउंटेन चलता था, नेचुरल फाउंटेन है। और ये वाला जो गार्डन है रानी के बैठने के लिए, तो सामने वाले पार्ट में रॉयल फैमिली रहेगी और स्पेशल क्वीन या राजा का गेस्ट अंदर वाले पार्ट में रहेगा, उसके लिए बनाया गया है। तो 22 कैरेट जो गोल्ड है मैम इसी के अंदर है और जेम्स लगाया गया अंदर की तरफ। ਫਾਈਨਲੀ ਮਤਲਬ ਜੋ ਕਿਲਾ ਸੀਗਾ ਘੁੰਮ ਲਏ ਸੀ, ਮਤਲਬ ਅੱਧੀਆਂ ਵੀਡੀਓ ਨਹੀਂ ਬਣ ਪਾਈਆਂ, ਮਤਲਬ ਬਹੁਤ ਲੰਬੀ ਤਰ੍ਹਾਂ ਵਲੌਗ ਹੋ ਜਾਣਾ ਸੀਗਾ। ਤੇ ਹੁਣ ਕਿੰਨਾ ਕੁ ਬੋਲੀ ਸਮਝ ਜਾਂਦਾ, ਗਾਈਡ ਵੀ ਸੀਗਾ, ਮਤਲਬ ਬਹੁਤ ਹੀ ਵੱਡਾ ਹੈ, ਠੀਕ ਹੈ। ਤੇ ਇੰਨਾ ਨਹੀਂ ਦੇਖ ਹੁੰਦਾ, ਦੇਖ ਵੀ ਨਹੀਂ ਥੱਕ ਵੀ ਹੋ ਜਾਂਦਾ, ਤੇ ਵਲੌਗ 'ਚ ਵੀ ਬੋਲ ਕੇ ਥੱਕ ਹੋ ਜਾਂਦਾ। ਹੁਣ ਅਸੀਂ ਦੇਖੇ ਸਾਡੇ ਚੋਬਰ ਖੜੇ ਹੋਏ ਨੇ। राम राम भाई साहब, ਕਿੱਦਾਂ ਲੱਗਿਆ ਬਈ ਆਪਣਾ ਵਲੌਗ? ਤਾਂ ਨਹੀਂ ਕਿੱਦਾਂ ਲੱਗਦਾ ਲੱਗਿਆ? बढ़िया ਆਇਆ ਮਜ਼ਾ? पूरा मजा ना ना ਕਿਲਾ ਯਾਰ ਇੱਕ ਦਿਨ 'ਚ ਕਵਰ ਹੋਣ ਵਾਲਾ ਕਿਲਾ ਨਹੀਂ ਹੈ ਨਾ। ਅਸੀਂ ਇਹਦੇ ਵਾਸਤੇ 22 ਕਿਲੋਮੀਟਰ ਦੀ ਸਾਰੀ ਬਾਉਂਡਰੀ ਹੈ, ਸਾਨੂੰ ਘੱਟ 1.5 ਦਿਨ ਚਾਹੀਦਾ ਸਾਰਾ ਤੁਰ ਕੇ ਗਿੱਟਾਂ ਦਾ ਨਾਮ ਲੈਣਾ। ਵਾਹ ਜੀ ਵਾਹ, ਮਤਲਬ ਬਹੁਤ ਮਜ਼ਾ ਆਇਆ ਸਾਨੂੰ, ਬਟ ਗਲਾ ਸੁੱਕ ਰਿਹਾ, ਪਾਣੀ ਨਹੀਂ ਮਿਲ ਰਿਹਾ। ਹੁਣ ਸੋਚਿਆ ਪਾਣੀ ਪੀ ਲਈਏ, ਬਟ ਲੇਕਿਨ ਜਿਹੜਾ ਪਾਣੀ ਹੈ ਜੇ ਅਸੀਂ ਪੀਊਂਗੇ ਤਾਂ ਪਹਿਲਾਂ ਤਾਂ ਸਾਡੇ ਉੱਪਰ ਗਿਰੂਗਾ, ਅਸੀਂ ਗਿੱਲੇ ਹੋਊਂਗੇ, ਤੇ ਉਹਦੇ ਬਾਅਦ मम्मी डांटेगी क्योंकि दाग अच्छे होते हैं। 2 रुपए का सर्फ एक्सल पूरी तरह साफ कर दे। नहीं मुंह च पानी ताने को मुंह गिला हो जाना भाई, कपड़े दाग साफ कर दूंगा, अपनी जिंदगी ਦੇ दाग ਕਿਦਾਂ ਸਾਫ਼ ਕਰਾਂਗਾ? ਜਿਹੜੇ ਜ਼ਿੰਦਗੀ ਵਿੱਚ ਕਲੰਕ ਲੱਗੇ ਉਹ ਕਿਦਾਂ ਸਾਫ਼ ਕਰੂੰ? ਕੱਪੜੇ दाग ਸਾਫ਼ ਹੋ ਜਾਣਗੇ ਐਸੀ ਪੁਸ਼ਕਰ ਵਾਲੀ ਲੇਕ 'ਚ ਨਹਾ ਕੇ। ਓ ਭਾਈ ਰਾਤ ਵਾਲਾ ਪਲਾਨ ਚਲੋ ਜੀ ਭਾਈ। ਲੋ ਜੀ ਕਿਲਾ ਦੇਖਣ ਤੋਂ ਬਾਅਦ ਖਾਣਾ ਖਾਦਾ ਜਾਂਦਾ ਹੈ।